ਨੋਮੀਨੇਸ਼ਨ ਹੋਣੀ ਸੀਗੀ ਉਦੋਂ ਤੱਕ 1235 ਵਾਰਡਾਂ ਦੇ ਵਿੱਚ ਸਿੰਬਲ ਦੇ ਉੱਪਰ ਭਾਰਤੀ ਜਨਤਾ ਉਹਨੂੰ ਅਵੇਲ ਕਰਨ ਦੇ ਵਿੱਚ ਫੇਲ ਸਾਬਤ ਹੋਈ ਹੈ, ਕਿਉਂਕਿ ਕੁਛ ਨਾ ਕੁਛ ਹਿੱਸਾ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਦਾ ਉਹਦੇ ਵਿੱਚ ਪੈਣਾ ਹੁੰਦਾ। ਪਰ ਇਹ ਸਰਕਾਰ ਜਿਹੜੀ ਆ ਨਕੰਮੀ ਰਹੀ ਹੈ। ਨਾ ਤਾਂ ਆਪਣੀ ਦੀ ਗੱਲ ਹੋਵੇ, ਤਰਨਤਾਰਨ ਦਾ ਮਾਮਲਾ ਹੈ, ਫਿਰੋਜ਼ਪੁਰ ਦਾ ਮਾਮਲਾ ਹੈ, ਅਨੇਕ ਐਸੀਆਂ ਜਗ੍ਹਾਵਾਂ ਹੈਗੀਆਂ, ਅਜਨਾਲਾ ਦੇ ਅੰਦਰ ਵੀ ਇਸੇ ਤਰ੍ਹਾਂ ਧੱਕਾ ਹੈਗਾ। ਵੈਰ ਨਹੀਂ ਹੈ, ਕੋਈ ਭੇਦਭਾਵ ਨਹੀਂ ਹੈ, ਸਾਡੇ ਆਪਣੇ ਨੇ, ਸਾਡੇ ਹਿੰਦੁਸਤਾਨੀ ਨੇ, ਸਾਡੇ ਦੇਸ਼ ਦਾ ਹਿੱਸਾ ਨੇ। ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਰਾਜਨੀਤਿਕ ਨਾਲ ਪ੍ਰੇਰਿਤ ਬਿਆਨ ਨੇ। ਇਹ ਉਹੀ ਸ਼੍ਰੋਮਣੀ ਅਕਾਲੀ ਦਲ ਹੈ ਜਦੋਂ ਉਹ ਵੱਖ ਨਹੀਂ ਹੋਏ ਸੀਗੇ, ਉਹਨਾਂ ਨੇ ਦੱਬ ਕੇ ਇਹਨਾਂ ਕਾਨੂੰਨਾਂ ਦੀ ਵਕਾਲਤ ਕੀਤੀ। ਨਾਭਾ ਵਿੱਚ ਪੰਜਾਬ ਬੀਜੇਪੀ ਦੇ ਜਨਰਲ ਸੈਕਟਰੀ ਜੀਵਨ ਗੁਪਤਾ ਨੇ ਨਾਭਾ ਨਗਰ ਕੌਂਸਲ ਚੋਣ ਲੜ ਰਹੇ ਬੀਜੇਪੀ ਦੇ ਉਮੀਦਵਾਰਾਂ ਨਾਲ ਮੀਟਿੰਗ ਕਰਨ ਪੁੱਜੇ ਨੇ। ਇਸ ਮੌਕੇ ਜੀਵਨ ਗੁਪਤਾ ਨੇ ਪੰਜਾਬ ਸਰਕਾਰ ਅਤੇ ਅਕਾਲੀ ਦਲ ਤੇ ਸ਼ਬਦੀ ਵਾਰ ਕੀਤੇ ਨੇ। ਇਸ ਮੌਕੇ ਉਹਨਾਂ ਨਾਲ ਬੀਜੇਪੀ ਦੇ ਸਪੋਕਸਪਰਸਨ ਅਤੇ ਅਬਜ਼ਰਵਰ ਭੁਪੇਸ਼ ਅਗਰਵਾਲ ਮੌਜੂਦ ਸਨ। ਦੇ ਅੰਦਰ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਉਹ ਇਕੱਲੇ ਤੌਰ ਤੇ ਨਗਰ ਨਿਗਮ ਅਤੇ ਨਗਰ ਪਾਲਿਕਾ ਦੀਆਂ ਚੋਣਾਂ ਲੜਨ ਜਾ ਰਹੀ ਹੈ ਔਰ ਇਹਦੇ ਵਿੱਚ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ 8 ਨਗਰ ਨਿਗਮਾਂ ਦੇ ਵਿੱਚ ਔਰ A ਕਲਾਸ ਔਰ B ਕਲਾਸ ਕੈਟਾਗਰੀ ਦੀ ਮਿਊਨਿਸਪਲ ਕਮੇਟੀਆਂ ਦੇ ਅੰਦਰ ਕੁੱਲ 1630 ਵਾਰਡ ਬਣਦੇ ਨੇ। ਭਾਰਤੀ ਜਨਤਾ ਪਾਰਟੀ ਨੇ 3 ਤਰੀਕ ਤੱਕ ਜਦੋਂ ਪੇਪਰ ਨੋਮੀਨੇਸ਼ਨ ਹੋਣੀ ਸੀਗੀ ਉਦੋਂ ਤੱਕ 1235 ਵਾਰਡਾਂ ਦੇ ਵਿੱਚ ਸਿੰਬਲ ਦੇ ਉੱਪਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਪੇਪਰ ਫਾਈਲ ਕੀਤੇ ਸੀਗੇ। ਕੱਲ ਕੁਝ ਪੇਪਰ ਕਾਂਗਰਸ ਸਰਕਾਰ ਦੀ ਗੁੰਡਾਗਰਦੀ ਕਰਦਿਆਂ ਹੋਇਆਂ ਕਈ ਜਗ੍ਹਾ ਸਾਡੇ ਕੈਂਡੀਡੇਟਾਂ ਦੇ ਪੇਪਰ ਰੱਦ ਹੋਏ ਹੈ। ਸੋ ਅੱਜ ਸ਼ਾਮ ਤੱਕ ਅੰਕੜਾ ਕਲੀਅਰ ਹੋਏਗਾ। ਸੋ ਮੇਰੇ ਕੋਲ ਜੋ ਫਿਗਰ ਆ ਰਹੀ ਹੈ ਲਗਭਗ ਉਹ ਵੀ ਹਲੇ ਵੀ 1155 ਤੋਂ ਜ਼ਿਆਦਾ ਕੈਂਡੀਡੇਟ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਸਿੰਬਲ ਤੇ ਚੋਣ ਲੜਨਗੇ। ਇਸ ਤੋਂ ਇਲਾਵਾ ਜਿਹੜੀਆਂ C ਕਲਾਸ ਦੀਆਂ ਕਮੇਟੀਆਂ ਨੇ ਔਰ ਨਗਰ ਪੰਚਾਇਤਾਂ ਨੇ ਉਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਅਸੀਂ ਕਿਉਂਕਿ ਉਹਨੂੰ ਐਗਜ਼ੈਂਪਟ ਕੀਤਾ ਸੀਗਾ ਕਿ ਉਹ ਸਾਡੇ ਕਾਰਜਕਰਤਾਵਾਂ ਦੀ ਮਰਜ਼ੀ ਹੈ, ਉਹ ਚਾਹੇ ਸਿੰਬਲ ਤੇ ਲੜ ਲੈਣ ਚਾਹੇ ਉਹ ਬਿਨਾਂ ਸਿੰਬਲ ਤੇ ਲੜਨ। ਉਹਨਾਂ ਦੇ ਵਿੱਚ ਵੀ ਲਗਭਗ 212 ਸਾਡੇ ਪਾਰਟੀ ਦੇ ਵਰਕਰ ਨੇ ਜਿਹੜੇ ਸਿੰਬਲ ਤੇ ਜਾਂ ਬਿਨਾਂ ਸਿੰਬਲ ਤੋਂ ਜਿਹੜੇ ਨੇ C ਕਲਾਸ ਦੇ ਵਿੱਚ ਔਰ ਨਗਰ ਪੰਚਾਇਤਾਂ ਦੇ ਵਿੱਚ ਜਿਹੜੀ ਹੈ ਉਹ ਚੋਣ ਲੜ ਰਹੇ ਨੇ। ਕੀ ਏਜੰਡੇ ਨੇ ਤੇ ਕਿਸ ਤਰ੍ਹਾਂ ਹੈਂਡਲ ਕਰੋਗੇ? ਦੇਖੋ ਇਸ ਤਰ੍ਹਾਂ ਹੈਗਾ ਕਿ ਪਿਛਲੇ 4 ਸਾਲ ਦਾ ਜਿਹੜਾ ਪੰਜਾਬ ਸਰਕਾਰ ਦਾ ਫੇਲੂਅਰ ਰਿਹਾ ਹੈਗਾ, ਨਾ ਤਾਂ ਕਿਤੇ ਕੋਈ ਸੜਕ ਬਣੀ ਹੈ, ਨਾ ਹੀ ਕਿਤੇ ਕੋਈ ਸੀਵਰ ਪਿਆ, ਈਵਨ ਕਿ ਇੰਨੀਆਂ ਸਕੀਮਾਂ ਕੇਂਦਰ ਸਰਕਾਰ ਦੀਆਂ ਸਵੱਛ ਭਾਰਤ ਦੇ ਤਹਿਤ ਸਵੱਛ ਪਾਣੀ ਦੇਣ ਦੀ ਗੱਲ, ਬੜੀਆਂ ਐਸੀਆਂ ਸਕੀਮਾਂ ਕੇਂਦਰ ਸਰਕਾਰ ਦੀਆਂ ਵੀ ਸੀਗੀਆਂ ਜਿਹੜੀਆਂ ਇਹ ਪੰਜਾਬ ਦੀ ਸਰਕਾਰ ਉਹਨੂੰ ਅਵੇਲ ਕਰਨ ਦੇ ਵਿੱਚ ਫੇਲ ਸਾਬਤ ਹੋਈ ਹੈ, ਕਿਉਂਕਿ ਕੁਛ ਨਾ ਕੁਛ ਹਿੱਸਾ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਦਾ ਉਹਦੇ ਵਿੱਚ ਪੈਣਾ ਹੁੰਦਾ। ਪਰ ਇਹ ਸਰਕਾਰ ਜਿਹੜੀ ਆ ਨਕੰਮੀ ਰਹੀ ਹੈ, ਨਾ ਤਾਂ ਆਪਣਾ ਹਿੱਸਾ ਪਾ ਸਕੀ ਹੈ, ਨਾ ਹੀ ਕੇਂਦਰ ਦਾ ਉਹਨਾਂ ਸਕੀਮਾਂ ਦਾ ਲਾਭ ਲੈ ਸਕੀ ਹੈ। ਲੁਧਿਆਣੇ ਦੇ ਵਿੱਚ ਜਿਵੇਂ ਸਮਾਰਟ ਸਿਟੀ ਦੀ ਮੈਂ ਗੱਲ ਕਰਦਾ, ਇੱਕ ਐਗਜ਼ਾਮਪਲ ਦੇ ਰਿਹਾ। ਲੁਧਿਆਣਾ ਸਮਾਰਟ ਸਿਟੀ ਦੇ ਵਿੱਚ ਵੀ ਵੱਡੇ ਘਪਲੇ ਇਹਨਾਂ ਨੇ ਕੀਤੇ ਨੇ। ਉੱਥੇ ਜਿਹੜੇ ਫੰਡ ਵੀ ਆਏ ਆ ਉਹ ਫੰਡ ਜਿਹੜੇ ਨੇ ਇਹਨਾਂ ਨੇ ਉਹਦੀ ਦੁਰਵਰਤੋਂ ਕੀਤੀ ਹੈ। ਜਿੰਨਾ ਪੈਸਾ ਕੇਂਦਰ ਸਰਕਾਰ ਨੇ ਸਮਾਰਟ ਸਿਟੀ ਦੇ ਤਹਿਤ ਲੁਧਿਆਣਾ ਦੇ ਵਿੱਚ ਦਿੱਤਾ ਹੈਗਾ ਉਹ ਅਜੇ ਉਹ ਵੀ ਕੰਮ ਜਿਹੜੇ ਸਿਰੇ ਨਹੀਂ ਚੜ੍ਹ ਰਹੇ। ਉਹਦੇ ਪਿੱਛੇ ਕਾਰਨ ਕੀ ਹੈ ਕਿ ਪੰਜਾਬ ਸਰਕਾਰ ਉਹਦੇ ਵਿੱਚ ਆਪਣਾ ਸ਼ੇਅਰ ਨਹੀਂ ਪਾ ਰਹੀ, ਇਸ ਕਰਕੇ ਉਹ ਸਿਰੇ ਨਹੀਂ ਚੜ੍ਹ ਰਹੇ। ਸੋ ਮੇਰੇ ਕਹਿਣ ਦੀ ਗੱਲ ਇਹ ਹੈ ਕਿ 4 ਸਾਲ ਦਾ ਜਿਹੜਾ ਕਾਂਗਰਸ ਦਾ ਪ੍ਰਸ਼ਾਸਨ ਰਿਹਾ ਸਰਕਾਰ ਦਾ, ਉਹ ਕੇਵਲ ਪੰਜਾਬ ਦੀ ਜਨਤਾ ਨੂੰ ਲੁੱਟਣਾ, ਕਿਉਂਕਿ ਸਰਕਾਰ ਜਿਹੜੀ ਬਣੀ ਸੀਗੀ ਉਹ ਝੂਠ ਦੇ ਆਧਾਰ ਤੇ ਬਣੀ ਸੀ, ਪੰਜਾਬੀਆਂ ਨੂੰ ਗੁੰਮਰਾਹ ਕਰਕੇ ਬਣੀ ਸੀ। ਔਰ ਅੱਜ 4 ਸਾਲ ਬਾਅਦ ਜਦੋਂ ਮਿਊਨਿਸਪਲ ਕਮੇਟੀਆਂ ਦੀਆਂ ਚੋਣਾਂ, ਸਥਾਨੀय ਨਗਰ ਪਾਲਿਕਾ ਦੀਆਂ ਚੋਣਾਂ ਦੇ ਵਿੱਚ ਜਾਣਾ ਪੈ ਰਿਹਾ ਹੈ ਪੰਜਾਬ ਗੌਰਮੈਂਟ ਨੂੰ, ਤੇ ਉਹ ਪੰਜਾਬੀਆਂ ਨੂੰ ਫਿਰ ਇੱਕ ਵਾਰੀ ਗੁੰਮਰਾਹ ਕਰਨ ਦਾ ਕੰਮ ਕਰ ਰਹੀ ਹੈ। ਸਾਡਾ ਜਿਹੜਾ ਏਜੰਡਾ ਹੈਗਾ, ਅਸੀਂ ਜਿੱਥੇ ਜਿੱਥੇ ਵੀ ਸਾਡੀਆਂ ਮਿਊਨਿਸਪਲ ਕਮੇਟੀਆਂ ਬਣਨਗੀਆਂ ਉੱਥੇ ਸਾਡਾ ਪ੍ਰਾਇਓਰਟੀ 'ਤੇ, ਕਿਉਂਕਿ ਉੱਥੇ ਦੀਆਂ ਜਿਹੜੀਆਂ ਸਥਾਨਕ ਸਮੱਸਿਆਵਾਂ ਹੈਗੀਆਂ, ਚਾਹੇ ਉਹ ਪਾਣੀ ਦੀ ਗੱਲ ਹੈ, ਸਾਫ਼ ਪਾਣੀ ਦੇਣ ਦੀ ਗੱਲ ਹੈ, ਚਾਹੇ ਉਹ ਸੀਵਰ ਬਣਾਉਣ ਦੀ ਗੱਲ ਹੈ, ਚਾਹੇ ਉਹ ਨਾਲੀਆਂ ਜਿਹੜੀਆਂ ਹੈ ਉਹਦੀ ਜਗ੍ਹਾ ਸੀਵਰ ਪਾਉਣ ਦੀ ਗੱਲ ਹੈ, ਚਾਹੇ ਹੋਰ ਜਿਹੜੇ ਸਥਾਨਕ ਮੁੱਦੇ ਨੇ, ਉਹਨਾਂ ਮੁੱਦਿਆਂ ਦੇ ਆਧਾਰ 'ਤੇ ਅਸੀਂ ਚੋਣਾਂ ਲੜਨੀਆਂ ਹੈਗੀਆਂ। ਔਰ ਸਾਡੇ ਕੈਂਡੀਡੇਟ ਕੱਲ੍ਹ ਤੋਂ ਆਪਣਾ ਜਿਹੜਾ ਹੈ ਪ੍ਰਚਾਰ ਸ਼ੁਰੂ ਕਰ ਦੇਣਗੇ। ਕਿਸਾਨੀ ਮੁੱਦਾ ਕਿਤੇ ਨਾ ਕਿਤੇ ਲੱਗਦਾ ਸਾਨੂੰ ਵੀ ਇਫੈਕਟ ਕਰੇਗਾ ਪੰਜਾਬ 'ਚ? ਦੇਖੋ
ਇਹ ਪਹਿਲੇ ਦਿਨ ਤੋਂ ਅਸੀਂ ਬਾਰ-ਬਾਰ ਇਹ ਗੱਲ ਕਹਿ ਰਹੇ ਹਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਹੈਗਾ। ਬਾਰ-ਬਾਰ ਅਸੀਂ ਇਹ ਗੱਲ ਕਹਿ ਰਹੇ ਹਾਂ। ਜਿੱਥੋਂ ਤੱਕ ਇਹ ਕਾਨੂੰਨਾਂ ਦੀ ਗੱਲ ਹੈਗੀ ਹੈ, ਇਹ ਕਾਨੂੰਨਾਂ ਨੂੰ ਕਿਸਾਨਾਂ ਨੇ ਵੀ ਪੜ੍ਹਿਆ ਹੋਣਾ। ਮੈਂ ਇਸ ਗੱਲ ਨਾਲ ਨਹੀਂ ਪੈਂਦਾ ਕਿ ਕਿਸਾਨਾਂ ਨੇ ਨਹੀਂ ਪੜ੍ਹਿਆ ਹੋਣਾ। ਇਹਦੇ ਵਿੱਚ ਕਿਸਾਨ ਦੇ ਵਿਰੋਧ ਦੀ ਕੋਈ ਗੱਲ ਨਹੀਂ ਹੈਗੀ। ਫਿਰ ਵੀ ਅਸੀਂ ਬਾਰ-ਬਾਰ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਬੇਨਤੀ ਕਰਦੇ ਰਹੇ ਹਾਂ, ਕਹਿੰਦੇ ਵੀ ਰਹੇ ਹਾਂ ਕਿ ਇਹ ਸਮੱਸਿਆ ਨੂੰ ਮਿਲ ਬੈਠ ਕੇ ਸੁਲਝਾਉਣਾ ਚਾਹੀਦਾ ਹੈ। ਔਰ ਅਸੀਂ ਧੰਨਵਾਦੀ ਹਾਂ ਕੇਂਦਰ ਸਰਕਾਰ ਦੇ ਮੰਤਰੀ ਜਿਹੜੇ ਖੇਤੀਬਾੜੀ ਮੰਤਰੀ ਨੇ, ਨਰਿੰਦਰ ਤੋਮਰ ਜੀ, ਪਿਊਸ਼ ਗੋਇਲ ਜੀ, ਜਾਂ ਸਾਡੇ ਪੰਜਾਬ ਤੋਂ ਸੋਮ ਪ੍ਰਕਾਸ਼ ਜੀ, ਜਿਹੜੀ 3 ਮੈਂਬਰੀ ਕਮੇਟੀ ਹਮੇਸ਼ਾ ਕਿਸਾਨਾਂ ਦੇ ਨਾਲ ਬਾਰ-ਬਾਰ ਮੀਟਿੰਗ ਕਰਦੀ ਰਹੀ ਹੈ। ਉਹ ਬਾਰ-ਬਾਰ ਜਿਹੜੀ ਆ ਵਾਰਤਾਲਾਪ ਦੇ ਜ਼ਰੀਏ ਜਿਹੜੀ ਹੈ ਕਿਸਾਨਾਂ ਦੇ ਨਾਲ ਗੱਲ ਕਰਦੀ ਰਹੀ ਹੈ। ਔਰ ਜਿਹੜੇ ਉਹਨਾਂ ਦੇ ਬਾਰ-ਬਾਰ ਅਸੀਂ ਵੀ ਗੱਲ ਕਹਿੰਦੇ ਰਹੇ ਹਾਂ, ਔਰ ਕੇਂਦਰ ਸਰਕਾਰ ਦੇ ਮੰਤਰੀ ਵੀ ਇਹ ਗੱਲ ਕਹਿੰਦੇ ਰਹੇ ਹਾਂ ਕਿ ਜਿਹੜੇ ਉਹ ਖਦਸ਼ੇ ਨੇ ਬੈਠ ਕੇ ਟੇਬਲ 'ਤੇ ਅਸੀਂ ਹੱਲ ਕਰਨ ਨੂੰ ਤਿਆਰ ਹੈ, ਉਹ ਸਾਡੇ ਨਾਲ ਟੇਬਲ 'ਤੇ ਬੈਠਣ। ਪਰ ਕਿਸਾਨਾਂ ਦੀ ਇੱਕ ਜਿੱਦ ਰਹੀ ਹੈ, ਯੂਨੀਅਨਾਂ ਦੀ, ਕਿ ਨਹੀਂ ਜੀ ਇਹ ਤਿੰਨੇ ਕਾਨੂੰਨ ਖਤਮ ਹੋਣੇ ਚਾਹੀਦੇ ਆ। ਹਾਲਾਂਕਿ ਜਿਹੜਾ ਲਾਸਟ ਜਿਹੜੀ ਮੀਟਿੰਗ ਹੋਈ ਸੀ, ਜਿਹਦੇ ਬਾਅਦ ਅੱਜ ਕੋਈ ਮੀਟਿੰਗ ਨਹੀਂ ਹੋਈ, ਉਹਦੇ ਵਿੱਚ ਵੀ ਇੱਕ ਬੜਾ ਵਧੀਆ ਜਿਹੜਾ ਸੁਝਾਅ ਸੀ, ਪ੍ਰਸਤਾਵ ਸੀ ਕੇਂਦਰ ਸਰਕਾਰ ਵੱਲੋਂ ਆਇਆ ਕਿ ਇਹਨਾਂ ਕਾਨੂੰਨਾਂ ਨੂੰ 1.5 ਤੋਂ 2 ਸਾਲ ਲਈ ਅਸੀਂ ਸਸਪੈਂਡ ਕਰ ਦਿੰਦੇ ਹਾਂ। ਔਰ ਇਨ ਬਿਟਵੀਨ ਜਿਹੜੀ ਕਮੇਟੀ ਉਹ ਕਹਿਣਗੇ ਅਸੀਂ ਉਹ ਕਮੇਟੀ ਬਣਾਉਣ ਨੂੰ ਵੀ ਤਿਆਰ ਹੈ। ਤੇ ਫਿਰ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਇਹ ਅੰਦੋਲਨ ਕਿਸਾਨ ਭਰਾ ਕਿਉਂ ਨਹੀਂ ਕੈਂਸਲ ਕਰ ਰਹੇ। ਉਹਨਾਂ ਨੂੰ ਵਾਪਸ ਪੰਜਾਬ ਆਉਣਾ ਚਾਹੀਦਾ ਹੈ। ਸਾਡੇ ਪੰਜਾਬ ਦਾ ਬੜਾ ਨੁਕਸਾਨ ਹੋ ਰਿਹਾ ਹੈਗਾ। ਸੋ ਇਹ ਗੱਲ ਉਹਨਾਂ ਨੂੰ ਮੰਨਣੀ ਚਾਹੀਦੀ ਹੈਗੀ ਹੈ। ਪਰ ਉਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਪੰਜਾਬ ਦੇ ਅੰਦਰ ਜਿਹੜੀ ਪੰਜਾਬ ਸਰਕਾਰ ਹੈ, ਉਹ ਕਿਸਾਨਾਂ ਦੀ ਆੜ ਦੇ ਵਿੱਚ ਆਪਣੇ ਕਾਰਿਆਕਰਤਾਵਾਂ ਨੂੰ ਲੈ ਕਰਕੇ ਸਾਡੇ ਜਿਹੜੇ ਕੈਂਡੀਡੇਟ ਨੇ ਉਹਨਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹਦੀ ਗੱਲ ਅਸੀਂ ਕੋਰਟ ਦੇ ਵਿੱਚ ਵੀ ਕਹਿ ਰਹੇ ਹਾਂ ਬਾਰ-ਬਾਰ, ਔਰ ਚੋਣ ਕਮਿਸ਼ਨ ਨੂੰ ਵੀ ਕਹਿ ਰਹੇ ਹਾਂ। ਪਰ ਮੈਂ ਇਹਨੂੰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਚੋਣ ਕਮਿਸ਼ਨ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇ ਰਿਹਾ। ਜਿਸ ਤਰ੍ਹਾਂ ਦੀਆਂ ਘਟਨਾਵਾਂ ਪਿਛਲੇ 2-3 ਦਿਨ ਦੇ ਅੰਦਰ, ਚਾਹੇ ਉਹ ਸੁਖਬੀਰ ਬਾਦਲ 'ਤੇ ਹਮਲਾ ਹੋਣ ਦੀ ਗੱਲ ਹੋਵੇ, ਚਾਹੇ ਸਾਡੇ ਕੈਂਡੀਡੇਟਾਂ ਨੂੰ ਡਰਾਉਣ ਦੀ ਗੱਲ ਹੋਵੇ, ਤਰਨਤਾਰਨ ਦਾ ਮਾਮਲਾ ਹੈ, ਫਿਰੋਜ਼ਪੁਰ ਦਾ ਮਾਮਲਾ ਹੈ, ਅਨੇਕ ਐਸੀਆਂ ਜਗ੍ਹਾਵਾਂ ਹੈਗੀਆਂ। ਅਜਨਾਲਾ ਦੇ ਅੰਦਰ ਵੀ ਇਸੇ ਤਰ੍ਹਾਂ ਧੱਕਾ ਕੀਤਾ ਗਿਆ। ਸਾਡੇ ਸਾਰੇ ਦੇ ਸਾਰੇ ਕੈਂਡੀਡੇਟਾਂ ਦੇ ਜਿਹੜੇ ਕਾਗਜ਼ ਨੇ ਉਹ ਕੱਲ੍ਹ ਰੱਦ ਕਰ ਦਿੱਤੇ ਗਏ। ਜੀਰੇ ਦੇ ਅੰਦਰ ਕਿਸੇ ਵੀ ਪਾਰਟੀ ਨੂੰ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ, ਤੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਤਿੰਨਾਂ ਪਾਰਟੀਆਂ ਦੇ ਜਿਹੜੇ ਕਿਸੇ ਵੀ ਕੈਂਡੀਡੇਟ ਦੇ ਪਰਚੇ ਨਹੀਂ ਦਿੱਤੇ ਗਏ। ਸੋ ਇਹ ਤੋਂ ਸਾਫ਼ ਨਜ਼ਰ ਆਉਂਦਾ ਹੈਗਾ ਕਿ ਕਾਂਗਰਸ ਜਿਹੜੀ ਹੈ ਉਹਨੂੰ ਹਾਰ ਨਜ਼ਰ ਆਉਂਦੀ ਹੈ। ਔਰ ਉਹ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਇਹ ਸਾਰੀਆਂ ਗੱਲਾਂ ਤੋਂ ਘਬਰਾਏ ਹੋਏ ਐਸੇ ਘਟੀਆ ਹਰਕਤਾਂ ਦੇ ਜਿਹੜੀ ਹੈ ਉਤਰੀ ਹੋਈ ਹੈ। ਤੁਹਾਨੂੰ ਚਾਹੀਦਾ ਬੀਜੇਪੀ ਜਿਹੜੇ ਗਵਰਨਰ ਸਾਹਿਬ ਨੂੰ ਅਪਰੋਚ ਕਰੇ ਇਸ ਮਾਮਲੇ 'ਚ, ਜਿਹੜਾ ਇਲੈਕਸ਼ਨ ਵਾਲਾ ਜਿਹੜੇ ਦੇਖੋ, ਅਸੀਂ ਪਹਿਲਾਂ ਇਲੈਕਸ਼ਨ ਜਦੋਂ ਡਿਕਲੇਅਰ ਹੋਇਆ, ਅਸੀਂ ਉਸ ਤੋਂ ਅਗਲੇ ਦਿਨ ਹੀ ਸਾਡੀ ਲੀਡਰਸ਼ਿਪ ਜਿਹੜੀ ਹੈ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਸੀ, ਸਾਡੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ। ਔਰ ਅਸੀਂ ਸਾਰੀ ਜਿਹੜੀ ਵਿਸਤ੍ਰਿਤ ਜਾਣਕਾਰੀ ਹੈ ਸੂਬੇ ਦੀ, ਉਹਦੇ ਬਾਰੇ ਜਾਣਕਾਰੀ ਦੇ ਕੇ ਆਏ ਸੀਗੇ। ਇਹਦੇ ਬਾਰੇ ਜਿਹੜੇ ਮੁੱਦਾ ਵਰਲਡ ਲੈਵਲ 'ਤੇ ਪਹੁੰਚ ਚੁੱਕੇ ਆ ਅਤੇ ਫੋਰਨਰਾਂ ਦੀ ਸਪੋਰਟ ਹੋ ਰਹੀ ਆ ਕਿਸਾਨਾਂ ਨੂੰ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿਹੜੇ ਕੋਈ ਇੱਕ ਮੇਰੇ ਖਿਆਲ, ਮੈਂ ਤਾਂ ਨਾਮ ਨਹੀਂ ਯਾਦ, ਕਿ ਮੀਆਂ ਖਲੀਫਾ ਤੇ ਰਿਹਾਨਾ, ਇਹ 2 ਨਾਮ ਬਾਰ-ਬਾਰ ਜਿਹੜੇ ਆਏ ਨੇ। ਸੋ ਮੈਂ ਸਮਝਦਾ ਕਿ ਸਾਡੇ ਦੇਸ਼ ਦਾ ਮਾਮਲਾ ਹੈਗਾ। ਸਾਡਾ ਦੇਸ਼ ਅੱਜ ਵੀ ਇੱਕ ਹੈ। ਇਹ ਜਿਹੜੀਆਂ ਚੀਜ਼ਾਂ ਬਾਰ-ਬਾਰ ਮੈਨੂੰ ਬੜੇ ਦੁੱਖ ਦੇ ਗੱਲ ਨਾਲ ਕਹਿਣਾ ਪੈ ਰਿਹਾ ਕਿ ਕਿਸਾਨ ਅੰਦੋਲਨ ਨੂੰ ਵੀ ਕਿਤੇ ਨਾ ਕਿਤੇ ਬਾਹਰ ਦੀਆਂ ਜਿਹੜੀਆਂ ਤਾਕਤਾਂ ਨੇ ਉਹ ਦੇਸ਼ ਨੂੰ ਕਮਜ਼ੋਰ ਕਰਨ ਵਾਸਤੇ ਚਲਾ ਰਹੀਆਂ ਹੈਗੀਆਂ। ਇਹ ਗੱਲ ਪ੍ਰਤੱਖ ਰੂਪ ਦੇ ਵਿੱਚ ਸਾਡੇ ਸਾਹਮਣੇ 26 ਜਨਵਰੀ ਨੂੰ ਸਾਡੇ ਸਾਹਮਣੇ ਆਈ ਹੈ। ਸਾਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ। ਔਰ ਇਸ ਗੱਲ ਤੋਂ ਦੇਖੋ, ਕਿਸਾਨ ਅੰਦੋਲਨ, ਕਿਸਾਨ ਸਾਡੇ ਨੇ, ਉਹ ਸਾਡਾ ਹਿੱਸਾ ਨੇ। ਕਦੇ ਤਾਂ ਇਹਨੂੰ ਪੰਜਾਬ ਵਰਸਸ ਦਿੱਲੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਕਦੇ ਹਿੰਦੂ ਵਰਸਸ ਸਿੱਖ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਕਦੇ ਹੋ ਸਕਦਾ ਹੈ? ਅੱਤਵਾਦ ਦੇ ਟਾਈਮ ਵੀ ਪੰਜਾਬ ਦੇ ਅੰਦਰ ਹਿੰਦੂ ਸਿੱਖ ਕਦੇ ਅਲੱਗ-ਅਲੱਗ ਨਹੀਂ ਹੋਇਆ ਹੈਗਾ। ਔਰ ਨਾ ਹੀ ਇਸ 9 ਮਾਸ ਦੇ ਰਿਸ਼ਤੇ ਨੂੰ ਕੋਈ ਖਤਮ ਕਰ ਸਕਦਾ, ਨਾ ਹੀ ਪੰਜਾਬ ਤੇ ਦਿੱਲੀ ਨੇ ਕਦੇ ਅਲੱਗ ਹੋਣਾ ਹੈ। ਦਿੱਲੀ ਅੱਜ ਵੀ ਪੰਜਾਬ ਦਾ ਪੂਰੀ ਤਰ੍ਹਾਂ ਧਿਆਨ ਰੱਖ ਰਹੀ ਹੈ। ਅਸੀਂ ਪੰਜਾਬ ਦੇ ਹਿੱਤਾਂ ਵਾਸਤੇ ਬਾਰ-ਬਾਰ ਕੇਂਦਰ ਸਰਕਾਰ ਦੇ ਨਾਲ ਇਨ ਟੱਚ ਹੈਗੇ ਆ। ਪਰ ਮੈਨੂੰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪਾ ਰਹੀ ਹੈ ਕਿ ਕੁਝ ਮੁੱਠੀ ਭਰ ਲੋਕ ਜਿਹੜੇ ਨੇ ਉਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ। ਸਾਨੂੰ ਸਾਰਿਆਂ ਤੋਂ ਇਹ ਤੋਂ ਅਵੇਅਰ ਰਹਿਣਾ ਚਾਹੀਦਾ ਹੈਗਾ। ਜਿਹੜਾ ਬਾਰਡਰਾਂ 'ਤੇ ਕੰਡਿਆਲੀ ਤਾਰ ਅਤੇ ਕੰਕਰੀਟ ਪੱਕੀ ਲੱਤ, ਜਿਵੇਂ ਭਾਰਤ ਪਾਕਿਸਤਾਨ ਦਾ ਬਾਰਡਰ ਹੁੰਦਾ ਗਾ, ਇਹ ਕਰਨ ਦੀ ਲੋੜ ਹੈਗੀ ਸੀ? ਦੇਖੋ, ਇਸ ਤਰ੍ਹਾਂ ਹੈ ਕਿ 26 ਤਰੀਕ ਦਾ ਜਿਹੜਾ ਵਾਕਾ ਹੋਇਆ, 26 ਜਨਵਰੀ ਦਾ, ਉਹ ਬੜਾ ਮੰਦਭਾਗਾ ਹੋਇਆ ਹੈਗਾ। ਉਹਨੂੰ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ, ਕਿਉਂਕਿ ਸ਼ਰਾਰਤੀ ਅਨਸਰ ਕੌਣ ਵਿੱਚ ਹੈਗਾ, ਇਹਦੇ ਬਾਰੇ ਦੇਖੋ ਨਾ। ਅੱਜ 26 ਤਰੀਕ ਜਿੱਦਣ ਇਹ ਵਾਕਾ ਹੋਇਆ, ਸਾਰੇ ਕਿਸਾਨ ਯੂਨੀਅਨ ਨੇ ਵੀ ਇਹ ਗੱਲ ਕਹੀ ਕਿ ਜੀ ਇਹ ਸਾਡੇ 'ਚ ਸ਼ਰਾਰਤੀ ਅਨਸਰ ਘੁਸ ਗਏ ਸੀਗੇ। ਅਤੇ ਮੈਂ ਸਮਝਦਾ ਕਿ ਜੇ ਉਹ ਸ਼ਰਾਰਤੀ ਅਨਸਰ ਘੁਸ ਗਏ ਸੀਗੇ
ਤੇ ਜਦੋਂ ਕਿਸਾਨ ਭਰਾ ਇੱਕ ਜਗ੍ਹਾ ਬੈਠ ਕੇ ਧਰਨਾ ਲਗਾ ਰਹੇ ਨੇ ਤੇ ਠੀਕ ਹੈ, ਉਹਨਾਂ ਨੇ ਕਿਹੜਾ ਕਿਤੇ ਮੂਵ ਕਰਨਾ ਹੈ। ਇਹ ਜੇ ਕੋਈ ਸਖਤੀ ਕਰਦੀ ਹੈ ਕੇਂਦਰ ਦੀ ਸਰਕਾਰ, ਉਹ ਉੱਥੇ ਦੇ ਮਾਹੌਲ ਨੂੰ ਠੀਕ ਰੱਖਣ ਵਾਸਤੇ ਕਰਦੀ ਹੈ। ਉਹਨਾਂ ਨਾਲ ਉਹਨਾਂ ਦਾ ਕਿਸੇ ਤਰ੍ਹਾਂ ਦਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਜਾਂ ਕਿਸਾਨ ਵੀਰਾਂ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਉਹ ਨਹੀਂ ਹੈਗਾ, ਵੈਰ ਨਹੀਂ ਹੈ, ਕੋਈ ਭੇਦਭਾਵ ਨਹੀਂ ਹੈ। ਸਾਡੇ ਆਪਣੇ ਨੇ, ਸਾਡੇ ਹਿੰਦੁਸਤਾਨੀ ਨੇ, ਸਾਡੇ ਦੇਸ਼ ਦਾ ਹਿੱਸਾ ਨੇ। ਪਿੰਡਾਂ 'ਚ ਜ਼ਿਆਦਾ ਵਿਰੋਧ ਹੋ ਰਿਹਾ, ਤੁਹਾਨੂੰ ਲੱਗਦਾ ਵੀ 2022 'ਚ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੋ ਸਕਦਾ ਗਾ ਚੋਣਾਂ 'ਚ? ਨਹੀਂ, ਦੇਖੋ ਜਿਹੜਾ ਪਿੰਡਾਂ ਵਾਲਾ ਮਾਮਲਾ, ਮੈਂ ਬਾਰ-ਬਾਰ ਇਹ ਗੱਲ ਤੁਹਾਨੂੰ ਕਹਿਣੀ ਚਾਹ ਰਿਹਾ ਹਾਂ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ, ਪੰਜਾਬ ਦੀ ਸਰਕਾਰ ਨੇ ਇੱਕ ਮਾਹੌਲ ਬੀਜੇਪੀ ਦੇ ਖਿਲਾਫ ਪੂਰੇ ਪੰਜਾਬ 'ਚ ਪੈਦਾ ਕੀਤਾ। ਉਹਦੇ ਪਿੱਛੇ ਕਾਰਨ ਕੀ ਸੀਗਾ? ਬੀਜੇਪੀ ਦੀ ਲੋਕਪ੍ਰਿਯਤਾ ਵਧ ਰਹੀ ਸੀ, ਮੋਦੀ ਜੀ ਦੀ ਲੋਕਪ੍ਰਿਯਤਾ ਪੰਜਾਬ ਦੇ ਅੰਦਰ ਵਧ ਰਹੀ ਸੀ। ਜਿਸ ਢੰਗ ਨਾਲ ਪੰਜਾਬ ਦੇ ਵਾਸਤੇ, ਪੰਜਾਬੀਆਂ ਦੇ ਵਾਸਤੇ ਮੋਦੀ ਸਰਕਾਰ ਨੇ ਕੰਮ ਕੀਤਾ, ਚਾਹੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਗੱਲ ਹੋਵੇ, ਚਾਹੇ 84 ਦੇ ਅੰਦਰ ਜਿਹੜੇ ਦੰਗਾਈ ਸੀਗੇ ਉਹਨਾਂ ਨੂੰ ਸਜ਼ਾ ਦਿਵਾਉਣ ਦੀ ਗੱਲ ਹੋਵੇ, ਚਾਹੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਜਨਮ ਦਿਨ ਮਨਾਉਣ ਦੀ ਗੱਲ ਹੋਵੇ, ਚਾਹੇ ਜਿਹੜੇ ਸਾਡੇ ਬੜੇ ਪੁਰਾਣੇ ਇੱਕ ਸੂਚੀ, ਕਾਲੀ ਸੂਚੀ ਸੀਗੀ, ਸਾਡੇ ਪੰਜਾਬੀ ਕਾਫੀ ਭਰਾ 25-30 ਸਾਲ ਪਹਿਲਾਂ ਉਹਨਾਂ ਨੇ ਸ਼ਰਨ ਲੱਤੀ ਸੀਗੀ ਵਿਦੇਸ਼ਾਂ ਦੇ ਅੰਦਰ, ਉਹਨਾਂ ਦੇ ਪਾਸਪੋਰਟ ਰੱਦ ਸੀਗੇ, ਉਹਨਾਂ ਦੇ ਪਾਸਪੋਰਟ ਬਹਾਲ ਕਰਾਉਣ ਦੀ ਗੱਲ ਹੋਵੇ। ਇਹ ਚੀਜ਼ਾਂ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਵਿੱਚ, ਮਨਾਂ ਦੇ ਵਿੱਚ ਮੋਦੀ ਜੀ ਦੇ ਪ੍ਰਤੀ ਅੱਛਾ ਭਾਵ ਪੈਦਾ ਕਰ ਰਹੀਆਂ ਸੀਗੀਆਂ। ਸੋ ਕਾਂਗਰਸ ਨੂੰ ਇਸ ਗੱਲ ਦਾ ਡਰ ਲੱਗਿਆ ਕਿ ਕਿਤੇ 2022 ਦੇ ਵਿੱਚ ਬੀਜੇਪੀ ਨਾ ਆਵੇ। ਸੋ ਉਹਨੂੰ ਇਸ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਇੱਕ ਬੜਾ ਉਹਦੇ ਹੱਥ 'ਚ ਇੱਕ ਉਹ ਲੱਗ ਗਿਆ, ਜਿਵੇਂ ਕਹਿੰਦੇ ਹੁੰਦੇ ਨੇ ਕਿ ਹਲਦੀ ਦੀ ਗੱਠੀ, ਅਤੇ ਉਹਦੇ ਨਾਲ ਉਹਨੇ ਪੰਜਾਬ ਦੇ ਪੂਰੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਂ ਸਮਝਦਾ ਕਿ ਅੰਤ ਜਿਹੜਾ ਹੈ ਉਹ ਸੱਚਾਈ ਦੀ ਜਿੱਤ ਹੋਣੀ ਹੈ। ਜਿਹੜਾ ਸੱਚਾ ਉਹਨੇ ਜਿੱਤਣਾ ਹੈਗਾ। ਔਰ ਪੰਜਾਬ ਦੇ ਅੰਦਰ ਇਸ ਗੱਲ ਨੂੰ ਲੋਕ ਸਮਝਣਗੇ ਕਿ ਜਿੱਦਾਂ ਜਿਹੜਾ ਇਹ ਕਾਨੂੰਨ ਨੇ, ਇਹ ਕਾਨੂੰਨ ਕਿਸਾਨ ਦੇ ਹਿੱਤ ਦੇ ਕਾਨੂੰਨ ਨੇ। ਸਾਨੂੰ ਇਹਦੀ ਜ਼ਰੂਰਤ, ਅੱਜ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅੱਜ ਇਹਦਾ ਕੀ ਅਸਰ ਹੈ, ਨਹੀਂ ਹੈ 5 ਸਾਲ ਬਾਅਦ ਇਹਦੀ ਜ਼ਰੂਰਤ ਹੈ ਇਹਨਾਂ ਕਾਨੂੰਨਾਂ ਦੀ। ਸਾਨੂੰ ਸਾਡੇ ਪੰਜਾਬ ਦਾ ਪਾਣੀ 500 ਫੁੱਟ 'ਤੇ ਚਲਾ ਗਿਆ, ਇਕੱਲੇ ਝੋਨੇ ਨਾਲ ਪੰਜਾਬ ਨੇ ਸਰਵਾਈਵ ਨਹੀਂ ਕਰਨਾ ਹੈਗਾ। ਇਹ ਗੱਲਾਂ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ ਔਰ ਉਹਦੇ ਵਾਸਤੇ ਇਸ ਕਾਨੂੰਨਾਂ ਦਾ ਆਉਣਾ ਬੜਾ ਜ਼ਰੂਰੀ ਹੈਗਾ। ਨਾ ਤਾਂ ਕਿਸੇ ਨੇ ਜ਼ਮੀਨ ਲੈਣੀ ਹੈ, ਨਾ ਹੀ ਮੰਡੀਆਂ ਬੰਦ ਹੋਣੀਆਂ, ਨਾ ਹੀ ਖਰੀਦ ਬੰਦ ਹੋਣੀ ਹੈ, ਨਾ ਹੀ MSP ਬੰਦ ਹੋਣੀ ਹੈ। ਲਾਸਟ ਸਵਾਲ, ਜਿਹੜਾ ਪੰਜਾਬ 'ਚ ਬੇਅਦਬੀ ਹੋਈ ਸੀ ਉਹਦਾ ਕੇਸ ਕੇਂਦਰ ਨੂੰ ਦਿੱਤਾ ਤੇ CBI ਕੋਲ, ਤੇ ਹੁਣ ਪੰਜਾਬ ਪੁਲਿਸ 'ਚ ਆ ਗਿਆ। ਹਰਸਿਮਰਤ ਨੇ ਕਿਹਾ ਵੀ ਕੈਪਟਨ ਸਰਕਾਰ ਆ, ਕੇਂਦਰ ਸਰਕਾਰ ਨਾਲ ਮਿਲਿਆ ਹੋਇਆ, ਤਾਂ ਕਰਕੇ ਇੱਧਰ ਉਹ ਕਰਵਾਇਆ। ਦੇਖੋ, ਜਿਹੜਾ ਬੇਅਦਬੀ ਵਾਲਾ ਮਾਮਲਾ ਹੈ ਇਹ ਧਰਮ ਨਾਲ ਜੁੜਿਆ ਹੋਇਆ ਮਾਮਲਾ ਹੈਗਾ ਔਰ ਅਸੀਂ ਸਾਰੇ ਪੰਜਾਬੀ ਜਿਹੜੇ ਹਮੇਸ਼ਾ ਧਰਮ ਦਾ ਸਤਿਕਾਰ ਕਰਦੇ ਹਾਂ। ਜਿਹੜੀ ਵੀ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲਣੀ ਹੈਗੀ ਹੈ। ਇਹਦੇ ਪਿੱਛੇ ਰਾਜਨੀਤੀ ਵਾਲੀ ਕੋਈ ਗੱਲ ਨਹੀਂ ਹੈਗੀ। ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਚਾਹੇ ਕੋਈ ਵੀ ਦੋਸ਼ੀ ਹੈ। ਬਸ ਮੇਰਾ ਇਹ 'ਤੇ ਇੰਨਾ ਕਹਿਣਾ। ਨਹੀਂ, ਹਰਸਿਮਰਤ ਬਾਦਲ ਨੇ ਪਹਿਲਾਂ ਕਿਉਂ ਨਹੀਂ ਕਿਹਾ ਹੈਗਾ, ਤੇ ਹੁਣ ਤੁਹਾਨੂੰ ਲੱਗਦਾ ਵੀ ਵੱਖ ਹੋ ਕੇ ਵੀ ਇਸ ਤਰ੍ਹਾਂ? ਦੇਖੋ, ਉਹ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਰਾਜਨੀਤਿਕ ਨਾਲ ਪ੍ਰੇਰਿਤ ਬਿਆਨ ਨੇ। ਇਹ ਉਹੀ ਸ਼੍ਰੋਮਣੀ ਅਕਾਲੀ ਦਲ ਹੈ ਜਦੋਂ ਉਹ ਵੱਖ ਨਹੀਂ ਹੋਏ ਸੀਗੇ, ਉਹਨਾਂ ਨੇ ਦੱਬ ਕੇ ਇਹਨਾਂ ਕਾਨੂੰਨਾਂ ਦੀ ਵਕਾਲਤ ਕੀਤੀ ਹੈਗੀ ਹੈ। ਜਦੋਂ ਉਹ ਅਲੱਗ ਹੋ ਗਏ ਫਿਰ ਉਹ ਕਾਨੂੰਨਾਂ ਦੇ ਖਿਲਾਫ ਬੋਲਣ ਲੱਗ ਗਏ। ਸੋ ਮੈਂ ਸਮਝਦਾ ਵੀ ਕੋਈ ਵੀ ਪੋਲੀਟੀਕਲ ਪਾਰਟੀ ਹੈ, ਚਾਹੇ ਉਹ ਇਸ ਗੱਲ ਨਾਲ ਜੁੜਿਆ ਹੋਇਆ ਵਿਸ਼ਾ ਹੈਗਾ ਕਿ ਬੇਅਦਬੀ ਦੇ ਵਿੱਚ ਕੌਣ ਦੋਸ਼ੀ ਨੇ, ਚਾਹੇ ਇਸ ਗੱਲ ਦਾ ਮੁੱਦਾ ਹੈਗਾ ਕਿ ਕਿਸਾਨਾਂ ਦੇ ਨਾਲ ਜਿਹੜੇ ਕਾਨੂੰਨ 3 ਬਣਾਏ ਗਏ ਨੇ, ਖੇਤੀ ਕਾਨੂੰਨ, ਇਹ ਹੱਕ ਦੇ ਨੇ ਜਾਂ ਫਾਇਦੇ ਦੇ ਨੇ, ਘੱਟੋ ਘੱਟ ਅਸੀਂ ਇੱਕ ਸਟੈਂਡ 'ਤੇ ਤਾਂ ਖੜੀਏ ਨਾ। ਸੋ ਉਹਨਾਂ ਨੂੰ ਆਪਣੇ ਸਟੈਂਡ 'ਤੇ ਖੜੇ ਰਹਿਣਾ ਚਾਹੀਦਾ ਹੈ। ਧੰਨਵਾਦ।